A very good morning to all of you. Today we are going to start the very first chapter of our literature book, which is called Gender Wise. Before discussing the story, I must concentrate on the title of the chapter, Gender Wise. Bias means discrimination, so the meaning of the title is discrimination based on gender. ਅੱਜ ਆਪਾਂ ਆਪਣੀ ਬੁੱਕ ਦਾ ਲਿਟਰੇਚਰ ਬੁੱਕ ਦਾ ਵੈਰੀ ਫਸਟ ਚੈਪਟਰ ਆ ਜਿਹੜਾ ਜੈਂਡਰ ਵਾਈਜ਼ ਉਹ ਸ਼ੁਰੂ ਕਰਨ ਜਾ ਰਹੇ ਹਾਂ। ਜੈਂਡਰ ਵਾਈਜ਼ ਜਿਹੜਾ ਟਾਈਟਲ ਹੈ ਵੈਰੀ ਟਾਈਟਲ ਹੈ ਲੈਸਨ ਦਾ ਸਾਡੇ ਦਾ, ਉਹ 22 ਸ਼ਬਦ ਦਾ ਮਤਲਬ ਕੀ ਹੈ? ਡਿਸਕ੍ਰਿਮੀਨੇਸ਼ਨ ਕਰਨਾ, ਭੇਦਭਾਵ ਕਰਨਾ, ਜੈਂਡਰ ਦੇ ਬੇਸ ਉੱਤੇ, ਮੀਨਸ ਮੇਲ ਤੇ ਫੀਮੇਲ ਦੇ ਵਿਚਕਾਰ ਭੇਦਭਾਵ ਕਰਨਾ। ਦਿਸ ਇਜ਼ ਦੀ ਟਾਈਟਲ ਆਫ ਦੀ ਲੈਸਨ, ਇਹ ਲੈਸਨ ਦਾ ਟਾਈਟਲ ਹੈ। ਸੋ ਐਜ਼ ਅ ਟ੍ਰੈਡੀਸ਼ਨ ਆਈ ਮਸਟ ਸਟਾਰਟ ਫਰੋਮ ਦੀ ਆਥਰ। ਟ੍ਰੈਡੀਸ਼ਨ ਦੇ ਤੌਰ ਉੱਤੇ ਆਪਾਂ ਅੱਜ ਜਿਹੜੀ ਸਟੋਰੀ ਹੈ ਉਹਨੂੰ ਆਥਰ ਦੀ ਇੰਟਰੋਡਕਸ਼ਨ ਦੇ ਨਾਲ ਸਟਾਰਟ ਕਰਾਂਗੇ। ਦਿਸ ਲੈਸਨ ਇਜ਼ ਰਿਟਨ ਬਾਏ ਸੁਧਾ ਮੂਰਤੀ। ਜਿਹੜਾ ਲੈਸਨ ਹੈ ਸੁਧਾ ਮੂਰਤੀ ਦੇ ਦੁਆਰਾ ਲਿਖਿਆ ਗਿਆ। ਸ਼ੀ ਇਜ਼ ਅ ਵੈਲ ਨੋਨ ਸੋਸ਼ਲ ਵਰਕਰ ਐਂਡ ਆਥਰ। She is renowned for her noble mission of providing computer and library facilities in all the government schools of Karnataka. Her stories deal with the life of common people and social issue. ਸੋ ਇਹ ਜਿਹੜੀ ਸਟੋਰੀ ਹੈ ਜੀ ਸੁਧਾ ਮੂਰਤੀ ਦੀ ਲਿਖੀ ਹੋਈ ਹੈ, ਜਿਹੜੀ ਕਿ ਬੜੀ ਵੈਲ ਨੋਨ ਸੋਸ਼ਲ ਵਰਕਰ ਹੈ, ਸਮਾਜ ਸੇਵਕ ਹੈ ਐਂਡ ਆਥਰ ਹੈ। ਉਹ ਮੋਸਟਲੀ ਕਾਹਦੇ ਲਈ ਫੇਮਸ ਹੋਏ? ਉਹਨਾਂ ਨੇ ਕਰਨਾਟਕਾ ਦੇ ਵਿੱਚ ਜਿੰਨੇ ਵੀ ਗਵਰਨਮੈਂਟ ਸਕੂਲ ਸੀ, ਸ਼ੀ ਪ੍ਰੋਵਾਈਡਡ ਕੰਪਿਊਟਰ ਐਂਡ ਲਾਇਬ੍ਰੇਰੀ ਫੈਸਿਲਿਟੀਜ਼। ਕੰਪਿਊਟਰ ਤੇ ਜਿਹੜੀ ਲਾਇਬ੍ਰੇਰੀ ਦੀ ਫੈਸਿਲਿਟੀ ਹੈ ਦੈਟ ਵਾਜ਼ ਗਿਵਨ ਫ੍ਰੀ ਆਫ ਕਾਸਟ ਬਾਈ ਹਰ। ਉਹਨਾਂ ਨੇ ਆਪਣੇ ਬੇਸਿਸ ਦੇ ਉੱਤੇ ਸਾਰੇ ਗਵਰਨਮੈਂਟ ਸਕੂਲਸ ਜਿਹੜੇ ਕਰਨਾਟਕਾ ਦੇ ਸੀ ਉਹਨਾਂ ਨੂੰ ਪ੍ਰੋਵਾਈਡ ਕੀਤੀ। ਦੈਟਸ ਵਾਈ ਸ਼ੀ ਇਜ਼ ਕੰਸਿਡਰ ਅ ਸੋਸ਼ਲ ਵਰਕਰ, ਇਸ ਲਈ ਉਹਨਾਂ ਨੂੰ ਬੜਾ ਵਧੀਆ ਸੋਸ਼ਲ ਵਰਕਰ ਕਿਹਾ ਜਾਂਦਾ ਹੈ। ਦਿਸ ਐਸੇ ਇਜ਼ ਐਨ ਐਕਸਟ੍ਰੈਕਟ from the collection of stories How I Taught My Grandmother to Read. This book is a collection of 25 heart-warming stories from the life of the author Sudha Murthy. ਜਿਹੜਾ ਸਾਡਾ ਪ੍ਰੈਜ਼ੈਂਟ ਐਸੇ ਹੈ ਜੀ ਜੈਂਡਰ ਵਾਈਜ਼, ਇਹ ਇੱਕ ਐਕਸਟ੍ਰੈਕਟ ਹੈ, ਇੱਕ ਪਾਰਟ ਹੈ, ਇੱਕ ਹਿੱਸਾ ਹੈ ਉਹਨਾਂ ਦੀ ਬੁੱਕ ਦਾ। ਵਿਚ ਵਨ? ਹਾਊ ਆਈ ਟੌਟ ਮਾਈ ਗ੍ਰੈਂਡ ਮਦਰ ਟੂ ਰੀਡ। ਇਹ ਜਿਹੜੀ ਬੁੱਕ ਦਾ ਟਾਈਟਲ ਹੈ, ਇਹਦਾ ਇੱਕ ਛੋਟਾ ਜਿਹਾ ਹਿੱਸਾ, ਛੋਟਾ ਜਿਹਾ ਇੱਕ ਪਾਰਟ ਹੈ। ਇਹ ਬੁੱਕ ਕਾਹਦੇ ਬਾਰੇ ਆ? ਦਿਸ ਬੁੱਕ ਇਜ਼ ਅ ਕਲੈਕਸ਼ਨ ਆਫ 25 ਹਾਰਟ ਵਾਰਮਿੰਗ ਸਟੋਰੀਜ਼। 25 ਸਟੋਰੀਜ਼ ਦੀ ਇੱਕ ਕਲੈਕਸ਼ਨ ਹੈ ਇਸ ਬੁੱਕ ਦੇ ਵਿੱਚ, ਉਹਦਾ ਇੱਕ ਹਿੱਸਾ ਹੈ। ਵਟ ਇਜ਼ ਰਿਟਨ ਇਨ ਦੋ ਸਟੋਰੀਜ਼? ਉਹਨਾਂ ਸਟੋਰੀਆਂ ਦੇ ਵਿੱਚ ਕੀ ਲਿਖਿਆ ਹੋਇਆ? ਲਾਈਫ ਆਫ ਦੀ ਆਥਰ। ਸ਼ੀ ਹੈਜ਼ ਰਿਟਨ ਅਬਾਊਟ ਹਰ ਲਾਈਫ। ਉਹਨੇ ਆਪਣੀ ਲਾਈਫ ਦੇ ਬਾਰੇ ਇਹਨਾਂ ਸਟੋਰੀਜ਼ ਦੇ ਵਿੱਚ ਲਿਖਿਆ ਹੋਇਆ ਉਹਦਾ ਇੱਕ ਪਾਰਟ ਹੈ। ਜੈਂਡਰ ਵਾਈਜ਼ ਵਿਚ ਮੀਨਸ ਡਿਸਕ੍ਰਿਮੀਨੇਸ਼ਨ ਔਨ ਦੀ ਬੇਸਿਸ ਆਫ ਜੈਂਡਰ, ਮੇਲ ਜਾਂ ਫੀਮੇਲ ਹੋਣ ਦੇ ਕਾਰਨ ਜਿਹੜਾ ਡਿਸਕ੍ਰਿਮੀਨੇਸ਼ਨ ਕੀਤਾ ਜਾਂਦਾ ਉਹਦੇ ਉੱਤੇ ਬੇਸਡ ਉਹਨਾਂ ਦਾ ਇਹ ਲੈਸਨ ਹੈ। ਇਫ ਯੂ ਵਾਂਟ ਟੂ ਲਰਨ ਮੋਰ ਅਬਾਊਟ ਦੀ ਜੈਂਡਰ ਵਾਈਜ਼ we can take the example of domestic works. Sometimes in our hometowns some works are given to boys not to girls. ਜੇ ਆਪਾਂ ਜੈਂਡਰ ਵਾਈਜ਼ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਸਿੱਖਣਾ, ਕਿੱਦਾਂ ਸਮਝ ਸਕਦੇ ਹਾਂ ਵੀ ਕਿਵੇਂ ਦਾ ਡਿਸਕ੍ਰਿਮੀਨੇਸ਼ਨ ਹੋ ਜਾਂਦਾ। ਕੁਛ ਵਰਕ ਇੱਦਾਂ ਦੇ ਹੁੰਦੇ ਨੇ, ਕੁਛ ਕੰਮ ਇੱਦਾਂ ਦੀਆਂ ਹੁੰਦੀਆਂ ਨੇ, ਕੁਛ ਫੈਸਿਲਿਟੀਜ਼ ਇੱਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਘਰਾਂ ਦੇ ਵਿੱਚ ਬੁਆਇਜ਼ ਨੂੰ ਮਿਲ ਜਾਂਦੀਆਂ ਨੇ, ਬਟ ਦੀਜ਼ ਆਰ ਨਾਟ ਗਿਵਨ ਟੂ ਗਰਲਸ। ਜਿਹੜੀਆਂ ਗਰਲਸ ਨੂੰ ਉਹਨਾਂ ਨੂੰ ਦਿੱਤੀਆਂ ਨਹੀਂ ਜਾਂਦੀਆਂ। ਦੈਟ ਮੀਨਸ ਇਹ ਡਿਸਕ੍ਰਿਮੀਨੇਸ਼ਨ ਹੁੰਦਾ ਕਾਹਦੇ ਬੇਸਿਸ ਉੱਤੇ? ਜੈਂਡਰ ਦੇ ਬੇਸ ਉੱਤੇ। ਦਿਸ ਆਲਸੋ ਗੋਜ਼ ਇਨ ਦੀ ਸੁਸਾਇਟੀ। ਫਿਰ ਘਰ ਤੋਂ ਬਾਹਰ ਨਿਕਲਦੀਆਂ ਸੁਸਾਇਟੀ ਹੈ, ਉੱਥੇ ਵੀ ਇਹ ਚੀਜ਼ਾਂ ਨੇ ਜਿਹੜੀਆਂ ਚੱਲਦੀਆਂ ਰਹਿੰਦੀਆਂ ਨੇ। So we are going to start now the story of the lesson gender wise. In this lesson we came to know that Sudha Murthy was studying in the final year of M.Tech course at the Indian Institute of Science in Bangalore. At that time this institute was known as Tata Institute. She was very bright and bold student. She was the only girl student in her post-graduate department. ਇਹ ਲੈਸਨ ਦੇ ਵਿੱਚ ਸਾਨੂੰ ਕੀ ਪਤਾ ਲੱਗਦਾ ਜੀ? ਜਿਹੜੀ ਰਾਈਟਰ ਹੈ ਸੁਧਾ ਮੂਰਤੀ ਹੈ, ਉਹ ਫਾਈਨਲ ਈਅਰ ਕਰ ਰਹੀ ਸੀ M.Tech ਕੋਰਸ ਦਾ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਇਨ ਬੰਗਲੌਰ। ਬੰਗਲੌਰ ਦਾ ਜਿਹੜਾ ਇਹ ਇੰਸਟੀਚਿਊਟ ਹੈ, ਇੰਡੀਅਨ
ਇੰਸਟੀਚਿਊਟ ਆਫ ਸਾਇੰਸ ਉਹਦੇ ਵਿੱਚ ਐਮਟੈਕ ਦਾ ਕੋਰਸ ਲਾਸਟ ਈਅਰ ਦੇ ਵਿੱਚ ਕਰ ਰਹੀ ਸੀ। ਉਸ ਸਮੇਂ ਜਿਹੜਾ ਇਹ ਇੰਸਟੀਚਿਊਟ ਸੀ ਇਟਸ ਨੇਮ ਵਾਸ ਟਾਟਾ ਇੰਸਟੀਚਿਊਟ। ਉਹ ਟਾਈਮ ਦੇ ਉੱਤੇ ਇਹ ਇੰਸਟੀਚਿਊਟ ਦਾ ਜਿਹੜਾ ਨਾਮ ਸੀਗਾ ਟਾਟਾ ਇੰਸਟੀਚਿਊਟ ਸੀਗਾ। ਸਾਨੂੰ ਹੁਣ ਪਤਾ ਲੱਗ ਗਿਆ ਟਾਟਾ ਇਜ਼ ਵਨ ਆਫ ਦੀ ਫੇਮਸ ਕੰਪਨੀ ਆਫ ਇੰਡੀਆ। ਇੰਡੀਆ ਦੀ ਇੱਕ ਫੇਮਸ ਕੰਪਨੀ ਹੈ, ਉਹਨਾਂ ਦਾ ਇਹ ਕਾਲਜ ਸੀਗਾ। ਸ਼ੀ ਵਾਜ਼ ਵੈਰੀ ਬ੍ਰਾਈਟ ਐਂਡ ਬੋਲਡ ਸਟੂਡੈਂਟ। ਜਿਹੜੀ ਸੁਧਾ ਮੂਰਤੀ ਹੈ ਸਾਨੂੰ ਅਗੇਨ ਕੀ ਪਤਾ ਲੱਗਦਾ ਹੈ, ਬੜੀ ਇੰਟੈਲੀਜੈਂਟ ਹੈ ਐਂਡ ਸ਼ੀ ਵਾਜ਼ ਕੁਆਇਟ ਕੌਨਫੀਡੈਂਟ, ਬੜੀ ਕੌਨਫੀਡੈਂਟ ਸਟੂਡੈਂਟ ਸੀ। ਸ਼ੀ ਵਾਜ਼ ਦੀ ਓਨਲੀ ਗਰਲ ਇਨ ਹਰ ਪੋਸਟ ਗ੍ਰੈਜੂਏਟ ਡਿਪਾਰਟਮੈਂਟ। ਅਨਦਰ ਡਿਫਰੈਂਟ ਚੀਜ਼ ਸਾਨੂੰ ਕੀ ਪਤਾ ਲੱਗਦੀ ਹੈ, ਸ਼ੀ ਵਾਜ਼ ਸੋ ਬੋਲਡ, ਉਹ ਇੰਨੀ ਕੁ ਜ਼ਿਆਦਾ ਬੋਲਡ ਸੀ, ਇੰਨੀ ਕੁ ਜ਼ਿਆਦਾ ਕੌਨਫੀਡੈਂਟ ਸੀ ਦੈਟ ਸ਼ੀ ਵਾਜ਼ ਦੀ ਓਨਲੀ ਗਰਲ ਇਨ ਹਰ ਪੋਸਟ ਗ੍ਰੈਜੂਏਟ ਡਿਪਾਰਟਮੈਂਟ। ਉਹ ਟਾਈਮ ਦੇ ਉੱਤੇ ਕੋਈ ਵੀ ਜਿਹੜੇ ਗਰਲਸ ਨੇ ਦੇ ਡਿਡਨਟ ਪ੍ਰੈਫਰ ਟੂ ਡੂ ਐਮਟੈਕ ਵਰਗੇ ਜਿਹੜੇ ਕੋਰਸ ਨੇ ਉਹਨਾਂ ਨੂੰ ਕਰਨ ਨੂੰ ਪ੍ਰੈਫਰੈਂਸ ਨਹੀਂ ਦਿੰਦੀਆਂ ਸੀ। ਦੈਟਸ ਵਾਈ ਸ਼ੀ ਵਾਜ਼ ਦੀ ਓਨਲੀ ਗਰਲ, ਸਿਰਫ ਓਨਲੀ ਗਰਲ ਸੀਗੀ ਆਪਣੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਦੇ ਵਿੱਚ। ਬੜੀ ਯੂਨੀਕ ਚੀਜ਼ ਹੈ ਕਿ ਆਪਾਂ ਇੱਕ ਰਸਤੇ ਨੂੰ ਹਟ ਕੇ ਇੱਕ ਡਿਫਰੈਂਟ ਵੇ ਨੂੰ ਚੂਜ਼ ਕਰ ਰਹੇ ਹਾਂ। ਇਹ ਸਾਨੂੰ ਉਹਦੀ ਸਟੋਰੀ ਦੇ ਵਿੱਚ ਬੜਾ ਯੂਨੀਕ ਲੱਗਦਾ ਹੈ। ਸੋ ਆਪਾਂ ਨੈਕਸਟ ਮੂਵ ਕਰ ਰਹੇ ਹਾਂ ਜੀ ਸਟੋਰੀ ਵੱਲ ਨੂੰ। ਐਜ਼ all of us have some future plans, ਜਿੱਦਾਂ ਸਾਡੇ ਸਾਰਿਆਂ ਦੇ future plans ਹੁੰਦੇ ਨੇ, but we want to do in future ਦੇ ਵਿੱਚ ਕੀ ਕਰਨਾ, what kind of study we want to do, where we want to do, ਕਿਹੜੀ ਸਟੱਡੀ ਕਰਨੀ ਹੈ, ਕਿੱਥੇ ਕਰਨੀ ਹੈ, ਉਹਦੇ ਰਿਗਾਰਡਿੰਗ ਕੁਝ ਸਾਡੇ future plans ਹੁੰਦੇ ਨੇ। Similarly, Sudha wanted to go abroad for her doctorate in computer science. She wanted to do PhD in computer science. Computer science ਦੇ ਵਿੱਚ PhD ਕਰਨਾ ਚਾਹੁੰਦੀ ਸੀ। That's why she wanted to go to abroad. ਕਿੱਥੋਂ ਕਰਨੀ ਚਾਹੁੰਦੀ ਸੀ ਕਿ ਉਹ abroad ਜਾਵੇ, ਫੋਰਨ ਜਾਵੇ, ਉੱਥੋਂ ਜਾ ਕੇ ਜਿਹੜਾ ਕੋਰਸ ਹੈ, ਜਿਹੜੀ ਡਾਕਟਰੇਟ ਡਿਗਰੀ ਹੈ, ਉੱਥੋਂ ਜਾ ਕੇ ਕੰਪਲੀਟ ਕਰੇ। She never thought of doing job in India. ਉਹਨੇ ਆਪਣੇ ਲਾਈਫ ਦੇ ਵਿੱਚ ਕਦੇ ਸੋਚਿਆ ਵੀ ਨਹੀਂ ਸੀਗਾ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ, ਆਪਣੀ ਲਾਈਫ ਦੇ ਵਿੱਚ ਇੰਡੀਆ ਦੇ ਵਿੱਚ ਜੌਬ ਕਰ ਸਕਦੀ ਹੈ। But as it is said that nobody knows the ways of destiny. ਲੇਕਿਨ ਜਿੱਦਾਂ ਕਹਿ ਦਿੱਤਾ ਜਾਂਦਾ ਹੈ ਕਿ ਕਿਸੇ ਨੂੰ ਨਹੀਂ ਪਤਾ ਕਿ ਕਿਸਮਤ ਦੇ ਵਿੱਚ ਕੀ ਲਿਖਿਆ ਹੋਇਆ। ਜੇ ਆਪਾਂ ਵੈਸੇ ਇੱਕ ਨਾਰਮਲੀ ਐਨਕਡੋਟ ਦੀ ਗੱਲ ਕਰਦੇ ਹਾਂ, ਬਟ ਵੀ ਕੇਮ ਟੂ ਨੋ ਜਿਹੜੇ ਫਾਦਰ ਸੀਗੇ ਲਾਰਡ ਬੁੱਧਾ ਦੇ, ਦੇ ਵਾਂਟਡ ਟੂ ਮੇਕ ਹਿਮ ਪ੍ਰਿੰਸ, ਉਹਨਾਂ ਨੂੰ ਪ੍ਰਿੰਸ ਬਣਾਉਣਾ ਚਾਹੁੰਦੇ ਸੀਗੇ। ਬਟ ਲਾਰਡ ਬੁੱਧਾ ਬਿਕੇਮ ਅ ਸੇਂਟ, ਲੇਕਿਨ ਜਿਹੜੇ ਲਾਰਡ ਬੁੱਧਾ ਨੇ ਉਹ ਕੀ ਬਣ ਗਏ, ਸੰਤ ਬਣ ਗਏ। ਕਿਉਂ? ਕਿਉਂਕਿ ਕਿਸਮਤ 'ਚ ਨਹੀਂ ਪਤਾ ਕਿਸ ਦੀ ਕਿਸਮਤ 'ਚ ਕੀ ਲਿਖਿਆ ਜਾਂਦਾ। ਸੇਮ ਅਪਲਾਈਜ਼ ਟੂ ਦੀ ਲਾਈਫ ਆਫ ਗੁਰੂ ਨਾਨਕ ਸਾਹਿਬ। ਗੁਰੂ ਨਾਨਕ ਦੇਵ ਜੀ ਦੀ ਜਿਹੜੀ ਲਾਈਫ ਹੈ ਉਹਦੇ 'ਤੇ ਵੀ ਅਪਲਾਈ ਹੁੰਦੀ ਹੈ। ਉਹਨਾਂ ਦੇ ਜਿਹੜੇ ਫਾਦਰ ਸੀ ਮਹਿਤਾ ਕਾਲੂ ਜੀ, ਹੀ ਵਾਂਟਡ ਟੂ ਮੇਕ ਹਿਮ ਅ ਸਕਸੈਸਫੁਲ ਪਰਸਨ ਇਨ ਹਿਜ਼ ਲਾਈਫ। ਉਹਨੂੰ ਵਧੀਆ, ਗੁਰੂ ਨਾਨਕ ਜੀ ਨੂੰ ਵਧੀਆ ਸਕਸੈਸਫੁਲ ਪਰਸਨ ਬਣਾਉਣੇ ਚਾਹੁੰਦੇ ਸੀਗੇ, ਉਹਨਾਂ ਨੂੰ ਜੌਬ ਦੇ ਵਿੱਚ ਸੈਟਲ ਕਰਨਾ ਚਾਹੁੰਦੇ ਸੀ। ਬਟ ਅਗੇਨ ਹੀ ਬਿਕੇਮ ਅ ਸੇਂਟ, ਉਹ ਵੀ ਇੱਕ ਸੰਤ ਬਣ ਕੇ ਸਾਡੇ ਸਾਹਮਣੇ ਆਏ। ਸੇਮ ਹੁਣ ਕੀ ਹੈ, ਸੁਧਾ ਮੂਰਤੀ ਦੇ ਮਾਈਂਡ 'ਚ ਕੀ ਸੀਗਾ, ਸ਼ੀ ਡਿਡਨਟ ਵਾਂਟ ਟੂ ਡੂ ਜੌਬ ਇਨ ਇੰਡੀਆ। ਇੰਡੀਆ 'ਚ ਜੌਬ ਨਹੀਂ ਕਰਨਾ ਚਾਹੁੰਦੀ ਸੀ, ਲੇਕਿਨ ਕਹਿੰਦਾ ਨਹੀਂ ਪਤਾ ਹੁੰਦਾ ਵਟ ਇਜ਼ ਰਿਟਨ ਇਨ ਦੀ ਡੈਸਟਨੀ। ਟਾਈਮ ਦੀ ਲੈਪ ਦੇ ਵਿੱਚ ਕੀ ਹੈ, ਟਾਈਮ ਨੇ ਸਾਡੇ ਲਈ ਕੀ ਡਿਸਾਈਡ ਕੀਤਾ, ਉਹ ਚੀਜ਼ ਦਾ ਪਤਾ ਨਹੀਂ ਹੁੰਦਾ। ਸੋ ਸਮਥਿੰਗ ਯੂਨੀਕ ਵਾਜ਼ ਡਿਸਾਈਡਡ ਫॉर ਹਰ। ਕੁਛ ਯੂਨੀਕ ਹੈ ਜਿਹੜਾ ਡੈਸਟਨੀ ਨੇ ਉਹਦੇ ਲਈ ਡਿਸਾਈਡ ਕੀਤਾ ਸੀ। ਵਨ ਡੇ ਸ਼ੀ ਸੌ ਐਨ ਐਡਵਰਟਾਈਜ਼ਮੈਂਟ ਔਨ ਦੀ ਨੋਟਿਸ ਬੋਰਡ ਆਫ ਹਰ ਕਾਲਜ ਅਬਾਊਟ ਅ ਜੌਬ ਰਿਕੁਆਇਰਮੈਂਟ ਫਰੋਮ ਟੈਲਕੋ ਕੰਪਨੀ। ਇੱਕ ਦਿਨ ਉਹ ਕੀ ਦੇਖਦੀ ਹੈ, ਉਹਨਾਂ ਦੇ ਜਿਹੜੇ ਕਾਲਜ ਦਾ ਨੋਟਿਸ ਬੋਰਡ ਹੈ ਉਹਦੇ ਉੱਤੇ ਇੱਕ ਜੌਬ ਰਿਕੁਆਇਰਮੈਂਟ ਦਾ ਨੋਟਿਸ ਲੱਗਿਆ ਹੋਇਆ ਫਰੋਮ ਟੈਲਕੋ ਕੰਪਨੀ, ਟੈਲਕੋ ਕੰਪਨੀ ਦੇ ਦੁਆਰਾ। ਐਟ ਦੈਟ ਟਾਈਮ the company was known as Telco. Nowadays it is called Tata Motors. ਉਸ ਸਮੇਂ ਇਹ ਕੰਪਨੀ ਦਾ ਨਾਮ ਟੈਲਕੋ ਸੀਗਾ, ਅੱਜ ਕੱਲ੍ਹ ਆਪਾਂ ਇਹਨੂੰ ਟਾਟਾ ਮੋਟਰਸ ਦੇ ਨਾਮ ਦੇ ਨਾਲ ਜਾਣਦੇ ਹਾਂ। ਹੁਣ ਜਿਹੜੀਆਂ ਨੈਕਸਟ ਲਾਈਨਸ ਨੇ, these are the crux of the lesson. ਸਾਡੇ ਜਿਹੜਾ ਲੈਸਨ ਦਾ ਟੋਟਲੀ ਕਰਕਸ ਹੈ, ਉਹਦਾ ਜਿਹੜਾ ਮੇਨ ਪੁਆਇੰਟ ਹੈ, ਸਮ ਅਪ ਕਰਨ ਵਾਲਾ ਆਈਡੀਆ, that is given in the following lines. ਸੋ ਜ਼ਿਆਦਾ ਅਟੈਂਸ਼ਨ ਦੇਣਾ ਇਹਨਾਂ ਨੂੰ ਸੁਣਨਾ। She became very upset when she read a line in the advertisement. It said, "Lady candidates need not apply." She was surprised to find that even such a big company was discriminating on the basis of gender. ਬੜੀ ਅਪਸੈਟ ਹੋਈ ਉਹ ਪਹਿਲੀ ਵਾਰ ਆਪਣੀ ਲਾਈਫ ਦੇ ਵਿੱਚ ਜਦੋਂ ਉਹਨਾਂ ਨੇ ਨੋਟਿਸ ਬੋਰਡ ਉੱਤੇ ਇੱਕ ਨੋਟਿਸ ਦੇਖਿਆ। ਇਟ ਵਾਜ਼ ਅ ਜੌਬ ਰਿਕੁਆਇਰਮੈਂਟ, ਕੋਈ ਜੌਬ ਦੀ ਰਿਕੁਆਇਰਮੈਂਟ ਸੀਗੀ, ਉਹਦੀ ਜਿਹੜੀ ਕੁਆਲੀਫਿਕੇਸ਼ਨ ਸੀ ਦੈਟ ਵਾਜ਼ ਗਿਵਨ, ਉਹ ਦੱਸਦੀ ਸੀ। ਲੇਕਿਨ ਉਹਦੇ ਵਿੱਚ ਇੱਕ ਲਾਈਨ ਲਿਖੀ ਹੋਈ ਸੀ ਉਹਨਾਂ ਨੇ ਬਾਟਮ ਦੇ ਉੱਤੇ, ਲੇਡੀ ਕੈਂਡੀਡੇਟਸ ਨੀਡ ਨਾਟ ਅਪਲਾਈ।
उन्होंने दसता कि जिहड़ियां लेडी कैंडीडेट्स ने फीमेल्स ने उन्होंने ये जॉब के लिए अप्लाई करने की जरूरत नहीं। दैट्स वाई शी वॉज वैरी अपसैट, बड़ी अपसैट है, बड़ी सरप्राइज्ड होंदी है किहड़ी चीज़ नूं लैके भी इन्नी वड्डी जिहड़ी कंपनी है, बिगेस्ट वन ऑफ द बिगेस्ट कंपनी ऑफ इंडिया जिहड़ी टाटा, इवन दैट इज़ डिस्क्रिमिनेटिंग ऑन द बेसिस ऑफ जेंडर। हैरान है भी जेंडर बेस दे उत्ते डिस्क्रिमिनेशन हो जाए, छोटे लैवल ते हो जाए, नॉर्मली चीज़ है, लेकिन एड्डी वड्डी कंपनी भी जेंडर बेस उत्ते डिस्क्रिमिनेशन करती है भी जिहड़ी जॉब है वो मेल्स के लिए दिती गई है, नॉट फॉर दी विमेंस के लिए दिती नहीं जा रही। शी वॉज वेरी सरप्राइज्ड। She took it as a challenge and wrote a letter to Mr. J.R.D. Tata to express her disappointment to find a gender discrimination in such a big company. She was so upset, इन्नी की ज़्यादा अपसेट होगी, उन्हें एक लेटर लिखता J.R.D. Tata who was the owner of the Tata Groups, ਜਿਹੜੇ टाटा ग्रुप ਦੇ ਓਨਰ ਸੀਗੇ J.R.D. Tata, ਉਹਨਾਂ ਨੂੰ ਲੈਟਰ ਲਿਖਤਾ। ਕੀ ਲਿਖਿਆ ਲੈਟਰ ਦੇ ਵਿੱਚ? About her displeasure of gender discrimination did in such a big company। उन्हें दसता ਉਹਦੇ ਵਿੱਚ ਵੀ ਤੁਹਾਡੀ ਕੰਪਨੀ ਵੀ ਹੈ, ਐਡੀ ਵੱਡੀ ਕੰਪਨੀ ਹੈ ਜਿਹਨੇ ਇੰਡੀਆ ਨੂੰ ਸੋ ਮੈਨੀ ਥਿੰਗਸ ਦਿੱਤੀਆਂ ਨੇ, ਬਹੁਤ ਚੀਜ਼ਾਂ ਦੇ ਵਿੱਚ ਸਟਾਰਟਿੰਗ ਕੀਤੀ ਹੈ, ਸਟੀਲ ਇੰਡਸਟਰੀ ਇੰਡੀਆ ਦੇ ਵਿੱਚ ਟਾਟਾਸ ਲੈ ਕੇ ਆਏ ਨੇ, ਕਹਿੰਦੀ ਇੰਨਾ ਕੁਝ ਦਿੱਤਾ, ਇੰਨੀਆਂ ਬੈਸਟ ਚੀਜ਼ਾਂ ਦਿੱਤੀਆਂ, ਸਟਿਲ ਸ਼ੀ ਵਾਜ਼ ਸਰਪ੍ਰਾਈਜ਼ਡ। ਉਹਨੇ ਲਿਖਿਆ ਵੀ ਫਿਰ ਵੀ ਮੈਨੂੰ ਇਹ ਚੀਜ਼ ਦੀ ਹੈਰਾਨੀ ਹੁੰਦੀ ਹੈ ਕਿ ਐਡੀ ਵੱਡੀ ਕੰਪਨੀ ਕਾਹਦੇ ਉੱਤੇ ਡਿਸਕ੍ਰਿਮੀਨੇਸ਼ਨ ਕਰ ਰਹੀ ਹੈ? ਜੈਂਡਰ ਦੇ ਬੇਸ ਦੇ ਉੱਤੇ भेदभाव किया जा रहा है, जेंडर के बेस उत्ते। उन्हें ये लैटर किनू लिखती? JRD टाटा नू। सो आप स्टोरी एक बार रिवाइज करते हैं जी की होया। फाइनल ईयर दे विच सुधा मूर्ति रीड आउट कर स्टडी कर रही सी अपनी टाटा इंस्टीट्यूट दे विच, बड़ी बोल्ड एंड आइडलिस्टिक लेडी सीगी। अगेन सानू की पता लगता, शी वांटेड टू गो अब्रॉड, बाहर जाना चाहती सी, टू कंप्लीट हर स्टडी नू कंप्लीट करने दे लई। वन डे शी सॉ एन एडवरटाइजमेंट इन दी नोटिस बोर्ड, एक दिन एडवरटाइजमेंट देखती है नोटिस बोर्ड उत्ते। बट वाज रिटन इन इट, की लिखिया होया सी? लेडी कैंडीडेट्स नीड नॉट अपलाई, जॉब रिक्वायरमेंट की एडवरटाइजमेंट सी जिहदे च ये लिखिया होया सी जिहड़ियां लेडी कैंडीडेट्स ने उन्होंने अपलाई करने की जरूरत नहीं। शी वॉज सो अपसैट दैट शी रोट अ लेटर टू मिस्टर JRD टाटा। इन्नी ज़्यादा अपसैट हुई कि उन्हें एक लैटर लिखता मिस्टर JRD टाटा नू, हु वाज दी ऑनर ऑफ दी टाटा ग्रुप्स, जिहड़े कि टाटा ग्रुप्स के ऑनर सीगे। इन हर रिप्लाई शी वॉज इनवाइटेड फॉर इंटरव्यू एट टेलकोज पुणे ऑफिस। हर फ्रेंड्स वांटेड टू गेट famous sarees from Pune, so she was agreed to attend it। उन्हें ਜਿਹੜਾ ਲੈਟਰ ਭੇਜਿਆ within 10 days, 10 ਦਿਨਾਂ ਦੇ ਵਿਚਕਾਰ ਉਹਨੂੰ ਇਨਵੀਟੇਸ਼ਨ ਆ ਗਿਆ that you should must attend the interview। ਇੰਟਰਵਿਊ ਦੇ ਲਈ ਸੁਧਾ ਮੂਰਤੀ ਨੂੰ ਬੁਲਾ ਲਿਆ, ਕਿੱਥੇ? ਪੁਣੇ ਟੈਲਕੋ ਕੰਪਨੀ ਜਿਹੜੀ ਉਹਦਾ ਆਫਿਸ ਸੀਗਾ ਉੱਥੇ ਬੁਲਾ ਲਿਆ ਗਿਆ। ਜਿਹੜੀ ਉਹਦੀਆਂ ਫਰੈਂਡ ਸਰਕਲ ਸੀਗਾ ਦੇ ਜਿਹੜੀਆਂ ਗਰਲਸ ਸੀਗੀਆਂ ਉਹਦੇ ਨਾਲ ਹੋਰ डिफरेंट डिपार्टमेंट्स ਦੇ ਵਿੱਚ ਸੀਗੀਆਂ, ਉਹ ਕੀ ਚਾਹੁੰਦੀਆਂ ਸੀ? ਦੇ ਵਾਂਟਡ ਟੂ ਗੈਟ ਫੇਮਸ ਸਾੜੀਜ਼ ਫਰੋਮ ਪੁਣੇ ਦੀਆਂ ਫੇਮਸ ਜਿਹੜੀਆਂ ਸਾੜੀਆਂ ਨੇ ਉਹ ਖਰੀਦਣੀਆਂ ਚਾਹੁੰਦੀਆਂ ਸੀ। ਦੈਟਸ ਵਾਈ ਉਹਨਾਂ ਨੇ ਪੈਸੇ ਕਲੈਕਟ ਕਰਕੇ ਸੁਧਾ ਮੂਰਤੀ ਨੂੰ ਦੇਤੇ। ਦੈਟਸ ਵਾਈ ਸੁਧਾ ਮੂਰਤੀ ਵਾਜ਼ ਐਗਰੀਡ ਟੂ ਅਟੈਂਡ ਇਟ। ਸੁਧਾ ਮੂਰਤੀ ਨੇ ਐਗਰੀ ਕਰ ਲਿਆ ਕਿ ਮੈਂ ਇਸ ਨੂੰ ਅਟੈਂਡ ਕਰੂੰਗੀ। ਔਨ ਦੀ ਇੰਟਰਵਿਊ ਪੈਨਲ ਜਦੋਂ ਪਹੁੰਚ ਗਈ, ਇੰਟਰਵਿਊ ਪੈਨਲ ਜਿਹੜਾ ਬੈਠਾ ਹੈ, ਦੇਅਰ ਵਾਰ 6 ਮੇਲ ਮੈਂਬਰਸ। She was again disappointed to find gender wise there। इंटरव्यू पैनल ते पहुंचती है, जो देखती है सामने इंटरव्यू पैनल ते 6 मेल मैंबर्स बैठे सी। शी वॉज अगेन डिसअपॉइंटेड, फिर तो डिसअपॉइंट होंदी है, सैड होंदी है। क्यों? क्योंकि उन्हें लगता है जो इंटरव्यू पैनल है देयर वर ओनली मेल मैंबर्स, सिर्फ ते सिर्फ मेल मैंबर्स सीगे, नो फीमेल वाज देयर, कोई भी फीमेल नहीं सीगी जिन्हों कि इंटरव्यू पैनल दे विच रखिया गया होवे। आफ्टर सीइंग सो, ये देख के इंटरव्यू दे विच सिर्फ ते सिर्फ मेल मैंबर्स ने, शी वॉज क्वाइट श्योर, शी वॉज क्वाइट सर्टन, बड़ी श्योर होगी, बड़ी सर्टन होगी दैट शी वॉज नॉट गोइंग टू गेट दिस जॉब बिकॉज ऑफ फॉर्मैलिटीज। इट वॉज जस्ट अ फॉर्मैलिटी, इट वुड बी ओनली अ टैक्नीकल इंटरव्यू। ਉਹਨੂੰ ਕੀ ਲੱਗਦਾ ਹੈ? ਕਹਿੰਦੀ ਮੈਨੂੰ ਜੌਬ ਕੋਈ ਆਫਰ ਨਹੀਂ ਕੀਤੀ ਜਾਣੀ, ਇਹ ਸਿਰਫ ਫਾਰਮੈਲਿਟੀ ਹੋ ਰਹੀ ਹੈ, ਸਿਰਫ ਟੈਕਨੀਕਲ ਇੰਟਰਵਿਊ ਹੈ that would be conducted, ਜਿਹੜੀ ਕੰਡਕਟ ਕੀਤੀ ਜਾਏਗੀ। that's why she became very bold। ਹੁਣ ਉਹ ਪਹਿਲਾਂ ਦੇ ਨਾਲੋਂ ਵੀ ਵੱਧ ਬੋਲਡ ਹੋ ਗਈ, ਆਨਸਰ ਦੇਣ ਦੇ ਲਈ ਹੋਰ ਵੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਕੌਨਫੀਡੈਂਟ ਹੋ ਗਈ। by because a person loses
only when he has something to lose। ਇੱਕ ਪਰਸਨ ਨੂੰ ਡਰ ਹੁੰਦਾ, ਫੀਅਰ ਹੁੰਦਾ ਕਿ ਉਹ ਕਿਤੇ ਕੁਝ ਖੋ ਨਾ ਦਵੇ। ਕਿਹੜੇ ਨੂੰ? ਦੀ ਵਨ ਹੂ ਹੈਜ਼ ਸਮਥਿੰਗ ਟੂ ਲੂਜ਼, ਜਿਹਨੂੰ ਪਤਾ ਹੈ ਕਿ ਉਹਦੇ ਕੋਲ ਕੁਛ ਹੈ, ਉਹਦੇ ਕੋਲ ਕੋਈ ਚਾਂਸ ਹੈ, ਕਿਤੇ ਉਹ ਚਾਂਸ ਦੇ ਵਿੱਚ ਉਹ ਮਿਸ ਨਾ ਹੋ ਜਾਵੇ। ਜਦੋਂ ਹੁਣ ਆਪਾਂ ਨੂੰ ਕਲੀਅਰ ਕੱਟ ਹੀ ਪਤਾ ਲੱਗ ਗਿਆ, ਕੋਈ ਵੀ ਇੰਟਰਵਿਊ ਪੈਨਲ ਹੈ, ਜਦੋਂ ਸਾਨੂੰ ਕਲੀਅਰ ਹੀ ਪਤਾ ਲੱਗ ਗਿਆ, ਆਪਾਂ ਨੂੰ ਪਤਾ ਲੱਗ ਗਿਆ ਵੀ ਜੋਬ ਸਾਨੂੰ ਮਿਲਣੀ ਨਹੀਂ, ਦੈਨ ਓਬਵੀਅਸਲੀ ਜਿਹੜਾ ਪਰਸਨ ਹੈ ਉਹਨੂੰ ਜ਼ਿਆਦਾ ਕੌਨਫੀਡੈਂਟ ਵੇ ਦੇ ਨਾਲ ਉਹਨੂੰ ਹੈਂਡਲ ਕਰੂਗਾ। ਉਹਨੂੰ ਪਤਾ ਹੈ ਵੀ ਮੈਨੂੰ ਇਹਨਾਂ ਨੇ ਕੱਢਣਾ ਹੀ ਆ। ਸੋ ਦੇਅਰ ਇਜ਼ ਅ ਨੋ ਨੀਡ ਟੂ ਗੈਟ ਫੀਅਰ। ਕਿਸੇ ਕਿਸਮ ਦਾ ਕੋਈ ਨੀਡ ਨਹੀਂ, ਕੋਈ ਜ਼ਰੂਰਤ ਨਹੀਂ ਕਿ ਜਿਹੜਾ ਪੈਨਲ ਹੈ ਉਹਦੇ ਤੋਂ ਇੰਟਰਵਿਊ ਹੈ ਉਹਦੇ ਤੋਂ ਡਰਿਆ ਜਾਵੇ। ਸੋ ਸ਼ੀ ਆਨਸਰਡ ਈਚ ਐਂਡ ਐਵਰੀ ਕੁਐਸਚਨ ਵੈਰੀ ਬੋਲਡਲੀ। ਹਰ ਇੱਕ ਆਨਸਰ ਜਿਹੜਾ ਵੀ ਉਹਨੂੰ ਪੁੱਛਿਆ ਗਿਆ ਉਹਨੇ ਬੜੀ ਬੋਲਡਲੀ ਉਹਨਾਂ ਸਾਰੇ ਕੁਐਸਚਨਸ ਦਾ ਆਨਸਰ ਦਿੱਤਾ। One of the person from interview panel told her the fact that company was not a co-ed college. Here the situations were quite different than that of the college. ਇੱਕ ਪਰਸਨ ਨੇ ਪੈਨਲ ਦੇ ਵਿੱਚ ਉਹਨੂੰ ਦੱਸਿਆ why women were not allowed to do job in ਟੈਲਕੋ ਕੰਪਨੀ 'ਚ ਵਿਮਨਸ ਨੂੰ ਕਿਉਂ ਨਹੀਂ ਬੁਲਾਇਆ ਜਾਂਦਾ ਸੀ। ਉਹਨਾਂ ਨੂੰ ਫੈਕਟ ਦੱਸਦੇ ਨੇ ਕਿ ਜਿਹੜੀ ਕੰਪਨੀ ਹੈ ਦੈਟ ਇਜ਼ ਕੁਆਇਟ ਡਿਫਰੈਂਟ ਦੈਨ ਦੈਟ ਆਫ ਦੀ ਕੋ ਐਡ ਕਾਲਜ। ਉਹਨਾਂ ਨੇ ਦੱਸਿਆ ਕਿ ਕੋ ਐਡ ਕਾਲਜ ਨਹੀਂ ਗਾ, ਕੋ ਐਜੂਕੇਸ਼ਨ ਵਾਲਾ ਕਾਲਜ ਨਹੀਂ ਗਾ, ਇਹ ਕੰਪਨੀ ਹੈ, ਇੱਥੇ ਜਿਹੜੀਆਂ ਸਿਚੁਏਸ਼ਨਸ ਨੇ ਟੋਟਲੀ ਡਿਫਰੈਂਟ ਨੇ, ਜਿਹੜਾ ਵਰਕ ਹੈ ਦੈਟ ਇਜ਼ ਆ ਟੋਟਲੀ ਯੂਨੀਕ। ਬਟ ਸੁਧਾ ਮੂਰਤੀ ਸੈਡ ਦੈਟ, ਟੈਕਸਚੁਅਲ ਲਾਈਨ ਹੈ ਜੀ, ਅ ਬਿਗਨਿੰਗ ਹੈਡ ਟੂ ਬੀ ਮੇਡ ਏ ਸਮ ਟਾਈਮ ਐਂਡ ਸਮਵੇਅਰ। ਲੇਕਿਨ ਸੁਧਾ ਮੂਰਤੀ ਨੇ ਉਹਨਾਂ ਨੂੰ ਅਸ਼ੋਰ ਕੀਤਾ, ਕਹਿੰਦੀ ਕੋਈ ਵੀ ਕੰਮ ਹੈ ਉਹਦੀ ਜਿਹੜੀ ਸ਼ੁਰੂਆਤ ਹੈ ਕਿਤੋਂ ਕਿਸੇ ਨਾ ਕਿਸੇ ਜਗ੍ਹਾ ਤੋਂ ਐਂਡ ਕਿਸੇ ਨਾ ਕਿਸੇ ਪਰਸਨ ਤੋਂ ਤਾਂ ਕੀਤੀ ਹੀ ਜਾਣੀ ਹੈ। ਜੇ ਇੱਦਾਂ ਹੀ ਦੇਖ ਕੇ ਆਪਾਂ ਛੱਡ ਦਈਏ ਵੀ ਵਿਮਨਸ ਨੇ ਹੁਣ ਤੱਕ ਕੀਤਾ ਨਹੀਂ, ਦੈਟ ਵੁੱਡ ਬੀ ਡਿਫੀਕਲਟ, ਇੱਦਾਂ ਦਾ ਵਰਕ ਸਾਰੀ ਉਮਰ ਸਟਾਰਟ ਹੀ ਨਹੀਂ ਕੀਤਾ ਜਾ ਸਕਦਾ। ਉਹ ਕਹਿੰਦੀ ਕਿਸੇ ਨਾ ਕਿਸੇ ਨੂੰ ਕਿਸੇ ਨਾ ਕਿਸੇ ਜਗ੍ਹਾ ਤੋਂ ਤਾਂ ਜਿਹੜਾ ਵਰਕ ਹੈ ਉਹਨੂੰ ਸਟਾਰਟ ਕਰਨਾ ਹੀ ਪੈਣਾ। ਸੋ ਸ਼ੀ ਵਾਜ਼ ਫਾਈਨਲੀ ਸਿਲੈਕਟਡ। ਅਖੀਰ ਦੇ ਉੱਤੇ ਉਹਨਾਂ ਨੂੰ ਜਿਹੜੀ ਜੋਬ ਹੈ ਉਹ ਆਫਰ ਕਰ ਦਿੱਤੀ ਗਈ, ਫਾਈਨਲੀ ਉਹ ਸਿਲੈਕਟ ਹੋ ਗਈ। she was the first woman to work on a telco shop floor। ਉਹ ਇੰਡੀਆ ਦੀ ਸਭ ਤੋਂ ਫਸਟ ਵਿਮਨ ਬਣੀ ਜਿਨ੍ਹਾਂ ਨੇ ਟੈਲਕੋ ਦੀ ਜਿਹੜੀ ਸ਼ਾਪ ਫਲੋਰ ਸੀਗੀ, ਟੈਲਕੋ ਦਾ ਜਿਹੜਾ ਕਾਰਖਾਨਾ ਸੀਗਾ ਉਹਦੇ ਉੱਤੇ ਫਸਟ ਲੇਡੀ ਸੀ ਜਿਨ੍ਹਾਂ ਨੂੰ ਜੋਬ ਮਿਲੀ, ਜਿਨ੍ਹਾਂ ਨੇ ਉੱਥੇ ਜਾ ਕੇ ਵਰਕ ਕੀਤਾ। Nowadays almost 50% girls are doing engineering in colleges। ਹੁਣ ਜੇ ਆਪਾਂ ਸਿਚੁਏਸ਼ਨਸ ਦੇਖਦੇ ਹਾਂ, ਸੁਧਾ ਮੂਰਤੀ ਨੈਕਸਟ ਸਾਨੂੰ ਕੀ ਦੱਸਦੇ ਨੇ, ਕਹਿੰਦੇ ਅੱਜ ਕੱਲ੍ਹ ਦੀ ਇਹ ਸਿਚੁਏਸ਼ਨ ਅਸੀਂ ਦੇਖਦੇ ਹਾਂ, ਆਲਮੋਸਟ ਇੰਜੀਨੀਅਰਿੰਗ ਕਾਲਜਸ ਦੇ ਵਿੱਚ 50% ਆਰ ਦੀ ਗਰਲ ਸਟੂਡੈਂਟ, 50% ਫੀਮੇਲ ਸਟੂਡੈਂਟਸ ਨੇ ਜਿਹੜੀਆਂ ਇੰਜੀਨੀਅਰਿੰਗ ਕਰ ਰਹੀਆਂ ਨੇ। ਜਦੋਂ ਸੁਧਾ ਮੂਰਤੀ ਨੇ ਸਟਾਰਟ ਕੀਤਾ ਸੀ, ਸ਼ੀ ਵਾਜ਼ ਓਨਲੀ ਦੀ ਫਸਟ ਵਿਮਨ, ਸਿਰਫ ਫਸਟ ਗਰਲ ਸੀਗੀ ਆਪਣੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਦੇ ਵਿੱਚ। ਇਹ ਪੋਸੀਬਲ ਕਿਵੇਂ ਹੋਇਆ, 50% ਤੱਕ ਕਿਵੇਂ ਪਹੁੰਚੀ? ਬਿਕੋਜ਼ ਨਾਓ ਡੇਜ਼ ਗਰਲਸ ਆਰ ਡੂਇੰਗ ਜੋਬ ਇਨ ਈਚ ਐਂਡ ਐਵਰੀ ਸਪੀਅਰ ਆਫ ਲਾਈਫ। ਅੱਜ ਕੱਲ੍ਹ ਜਿਹੜੀਆਂ ਗਰਲਸ ਨੇ ਉਹ ਹਰ ਇੱਕ ਸਪੀਅਰ ਦੇ ਵਿੱਚ ਜੋਬ ਕਰਦੀਆਂ ਨੇ। ਨੈਕਸਟ ਸਾਨੂੰ ਪਤਾ ਲੱਗਦਾ ਵਨ ਡੇ ਸ਼ੀ ਮੈਟ ਮਿਸਟਰ JRD ਟਾਟਾ। ਇੱਕ ਦਿਨ ਜੋਬ ਕਰਦੇ ਹੋਏ ਉਹ JRD ਟਾਟਾ ਨੂੰ ਮਿਲਦੀ ਹੈ, ਹੂ ਵਾਜ਼ ਦੀ ਓਨਰ ਆਫ ਦੀ ਟਾਟਾ ਗਰੁੱਪਸ, ਜਿਹੜਾ ਕਿ ਟਾਟਾ ਗਰੁੱਪਸ ਦੇ ਓਨਰ ਸੀ। ਸ਼ੀ ਵਾਜ਼ ਵੈਰੀ ਪਲੀਜ਼ ਟੂ ਮੀਟ ਹਿਮ। ਉਹਨਾਂ ਨੂੰ ਮਿਲ ਕੇ ਉਹਨੂੰ ਆਪਣਾ ਐਕਸਪੀਰੀਅੰਸ ਬੜਾ ਵਧੀਆ ਲੱਗਦਾ। ਸੋ ਲੈਸਨ ਸੀਗਾ ਜੀ ਜੈਂਡਰ ਵਾਈਜ਼ ਦੇ ਬਾਰੇ। ਸਾਨੂੰ ਪਤਾ ਲੱਗਦਾ ਜਿਹੜੀ ਸਿਚੁਏਸ਼ਨ ਜਿਹੜੀ ਸੁਸਾਇਟੀ ਦੇ ਵਿੱਚ ਸੋਸ਼ਲ ਇਸ਼ੂ ਸੀਗਾ ਉਹਨੂੰ ਫਾਈਂਡ ਆਊਟ ਕਰਦੀ ਹੈ ਐਂਡ ਹਾਊ ਸ਼ੀ ਸੋਲਵਡ ਇਟ, ਇਹਨੂੰ ਸੋਲਵ ਕਿਵੇਂ ਕਰਦੀ ਹੈ, ਇਹਦੇ ਬਾਰੇ ਲੈਸਨ ਸੀ। ਆਈ ਹੋਪ ਆਲ ਆਫ ਯੂ ਹੈਵ ਮਸਟ ਅੰਡਰਸਟੈਂਡ ਦੀ ਸਟੋਰੀ ਆਫ ਦੀ ਲੈਸਨ।